ਪਿਆਰੇ ਵਿਦਿਆਰਥੀਓ, GSS ਕੁਲਰੀਆਂ ਦੇ YouTube ਦੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਮੈਂ ਦੇਸਰਾ ਸਿੰਘ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ। ਤੁਹਾਡੇ ਲਈ ਇੱਕ ਵੀਡੀਓ ਲੈਕਚਰ ਲੈ ਕੇ ਹਾਜ਼ਰ ਹਾਂ। ਇਸ ਦਾ ਜਿਹੜਾ ਪਹਿਲਾ ਪਾਰਟ ਹੈ ਉਹ ਪਹਿਲਾਂ ਅਸੀਂ ਇਸੇ ਚੈਨਲ ਦੇ ਉੱਤੇ ਅਪਲੋਡ ਕਰ ਚੁੱਕੇ ਹਾਂ। ਜੇ ਤੁਸੀਂ ਨਹੀਂ ਦੇਖਿਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਹੈ। ਕਿਰਪਾ ਕਰਕੇ ਪਹਿਲਾ ਜਿਹੜਾ ਪਾਰਟ ਹੈ ਉਸ ਨੂੰ ਪੂਰਾ ਦੇਖਿਆ ਜਾਵੇ, ਫਿਰ ਇਹ ਜਿਹੜੀ ਵੀਡੀਓ ਹੈ ਉਸ ਤੋਂ ਅਗਲਾ ਜਿਹੜਾ ਇਹ ਭਾਗ ਹੈ। ਜੇ ਤੁਸੀਂ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਸਾਡੇ ਦੁਆਰਾ ਅਪਲੋਡ ਕੀਤੀ ਜਾਣ ਵਾਲੀ ਹਰ ਇੱਕ ਵੀਡੀਓ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਮਿਲਦੀ ਰਹੇ। ਤਾਂ ਸਭ ਤੋਂ ਪਹਿਲਾਂ ਅਸੀਂ ਦਰਪਣ ਨਾਲ ਸੰਬੰਧਿਤ ਕੁਝ ਸ਼ਬਦਾਵਲੀ ਹੈ ਜੋ ਅਸੀਂ ਬਾਰ-ਬਾਰ ਇਸ ਪਾਠ ਦੇ ਵਿੱਚ ਵਰਤਦੇ ਹਾਂ, ਤਾਂ ਉਸ ਸ਼ਬਦਾਵਲੀ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਹੈ ਧਰੁਵ, ਸੀਰਸ ਜਾਂ ਧਰੁਵ। ਇਹ ਹੁੰਦਾ ਕੀ ਹੈ? ਜੋ ਸਾਡਾ ਦਰਪਣ ਹੈ, ਜਿਵੇਂ ਇਹ ਇੱਕ ਅਵਤਲ ਦਰਪਣ ਅਸੀਂ ਲਿਆ ਹੋਇਆ ਹੈ ਜਾਂ ਕੋਈ ਵੀ ਦਰਪਣ ਹੋ ਸਕਦਾ ਹੈ, ਜੋ ਉਸ ਦੀ ਪਰਾਵਰਤਕ ਸਤ੍ਹਾ ਹੈ ਉਸ ਦਾ ਜਿਹੜਾ ਕੇਂਦਰ ਬਿੰਦੂ ਹੁੰਦਾ ਹੈ ਉਸ ਨੂੰ ਧਰੁਵ ਜਾਂ ਸੀਰਸ ਕਿਹਾ ਜਾਂਦਾ ਹੈ। ਅੰਗਰੇਜ਼ੀ ਦੇ ਵਿੱਚ ਇਸ ਨੂੰ ਪੋਲ ਸ਼ਬਦ ਨਾਲ ਦਰਸਾਇਆ ਜਾਂਦਾ ਹੈ, ਇਸੇ ਲਈ ਅਸੀਂ ਇਸ ਨੂੰ P ਬਿੰਦੂ ਜਿਹੜਾ ਹੈ ਉਸ ਨਾਲ ਡਿਨੋਟ ਕਰਦੇ ਹਾਂ। ਅਗਲਾ ਜਿਹੜਾ ਸਾਡੇ ਕੋਲ ਆਉਂਦਾ ਹੈ ਵਕਰਤਾ ਕੇਂਦਰ। ਵਕਰਤਾ ਕੇਂਦਰ ਕੀ ਹੁੰਦਾ ਹੈ? ਅਸੀਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਕਿ ਜਿਹੜੇ ਗੋਲਾਕਾਰ ਦਰਪਣ ਹੁੰਦੇ ਹਨ ਉਹ ਕਿਸੇ ਖੋਖਲੇ ਗੋਲੇ ਦਾ ਹਿੱਸਾ ਹਨ। ਤਾਂ ਜਿਵੇਂ ਮੰਨ ਲਓ ਇਹ ਇੱਕ ਦਰਪਣ ਸੀ, ਇਹ ਵੀ ਕਿਸੇ ਖੋਖਲੇ ਗੋਲੇ ਦਾ ਹਿੱਸਾ ਸੀ। ਹੁਣ ਜਿਹੜਾ ਇਹ ਖੋਖਲਾ ਗੋਲਾ ਹੈ ਉਸ ਦਾ ਜਿਹੜਾ ਕੇਂਦਰ ਬਿੰਦੂ ਹੁੰਦਾ ਹੈ ਉਸ ਨੂੰ ਵਕਰਤਾ ਕੇਂਦਰ ਕਿਹਾ ਜਾਂਦਾ ਹੈ। ਭਾਵ ਜਿਸ ਖੋਖਲੇ ਗੋਲੇ ਦਾ ਉਹ ਦਰਪਣ ਹਿੱਸਾ ਹੈ, ਚਾਹੇ ਉਹ ਉੱਤਲ ਦਰਪਣ ਹੈ ਚਾਹੇ ਉਹ ਅਵਤਲ ਦਰਪਣ ਹੈ, ਜਿਸ ਵੀ ਖੋਖਲੇ ਗੋਲੇ ਦਾ ਉਹ ਹਿੱਸਾ ਹੈ ਉਸ ਦਾ ਜੋ ਕੇਂਦਰ ਹੈ, ਸੈਂਟਰ ਹੈ, ਉਸ ਨੂੰ ਵਕਰਤਾ ਕੇਂਦਰ ਕਿਹਾ ਜਾਂਦਾ ਹੈ। ਅੰਗਰੇਜ਼ੀ ਦੇ ਵਿੱਚ ਇਸ ਨੂੰ ਸੈਂਟਰ ਆਫ ਕਰਵੇਚਰ ਕਹਿੰਦੇ ਨੇ, ਇਸੇ ਲਈ ਇਸ ਨੂੰ ਅਸੀਂ C ਬਿੰਦੂ ਦੇ ਨਾਲ ਦਰਸਾਉਂਦੇ ਹਾਂ। ਅੱਗੇ ਇਸੇ ਨਾਲ ਹੀ ਮਿਲਦਾ ਥੋੜਾ ਹੈ ਵਕਰਤਾ ਅਰਧ ਵਿਆਸ। ਹੁਣ ਅਰਧ ਵਿਆਸ ਤੁਸੀਂ ਬਹੁਤ ਵਾਰ ਮੈਥ ਦੇ ਵਿੱਚ ਪੜ੍ਹਿਆ ਹੋਵੇਗਾ। ਕਿਸੇ ਸਰਕਲ ਦਾ ਜਾਂ ਕਿਸੇ ਗੋਲੇ ਦਾ ਕੇਂਦਰ ਤੋਂ ਲੈ ਕੇ ਬਾਹਰਲੀ ਜੋ ਉਸ ਦਾ ਕਰਵ ਹੈ ਉਸ ਤੱਕ ਦੀ ਦੂਰੀ ਹੁੰਦੀ ਹੈ। ਇੱਥੇ ਵੀ ਇਹੀ ਕੁਝ ਹੈ। ਇਸ ਦੇ ਕੇਂਦਰ ਤੋਂ ਲੈ ਕੇ ਇਸ ਪੋਲ ਤੱਕ ਦੀ ਜਿਹੜੀ ਦੂਰੀ ਸੀ ਉਸ ਨੂੰ ਕੀ ਕਿਹਾ ਜਾਂਦਾ ਹੈ? ਵਕਰਤਾ ਅਰਧ ਵਿਆਸ ਕਿਹਾ ਜਾਂਦਾ ਹੈ। ਇਸ ਨੂੰ ਰੇਡੀਅਸ ਸ਼ਬਦ ਤੋਂ ਅੰਗਰੇਜ਼ੀ ਦੇ ਅੱਖਰ R ਨਾਲ ਦਰਸਾਇਆ ਜਾਂਦਾ ਹੈ। ਅੱਗੇ ਆਉਂਦਾ ਮੁੱਖ ਧੁਰਾ। ਮੁੱਖ ਧੁਰਾ ਕੀ ਚੀਜ਼ ਹੈ? ਜੋ ਖੋਖਲੇ ਗੋਲੇ ਦਾ ਕੇਂਦਰ ਹੈ ਜਿਸ ਨੂੰ ਅਸੀਂ ਵਕਰਤਾ ਕੇਂਦਰ ਬੋਲਦੇ ਹਾਂ, ਅਤੇ ਇੱਕ ਜਿਹੜਾ ਸਾਡਾ ਪੋਲ ਹੈ ਧਰੁਵ ਜਿਸ ਨੂੰ ਅਸੀਂ ਬੋਲਦੇ ਹਾਂ, ਉਸ ਵਿੱਚੋਂ ਦੀ ਲੰਘਦੀ ਜਿਹੜੀ ਆਹ ਲਾਈਨ ਹੈ ਇਸ ਨੂੰ ਮੁੱਖ ਧੁਰਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਗਲਾ ਹੈ ਮੁੱਖ ਫੋਕਸ। ਹੁਣ ਮੁੱਖ ਫੋਕਸ ਕੀ ਹੈ? ਪ੍ਰਕਾਸ਼ ਦੀਆਂ ਸਮਾਨਾਂਤਰ ਕਿਰਨਾਂ ਜਦੋਂ ਕਿਸੇ ਦਰਪਣ ਤੇ ਪੈਂਦੀਆਂ ਹਨ ਤਾਂ ਇਹ ਪਰਾਵਰਤਨ ਤੋਂ ਬਾਅਦ ਇੱਕ ਬਿੰਦੂ ਤੇ ਇਕੱਠੀਆਂ ਹੁੰਦੀਆਂ ਹਨ ਜਾਂ ਇਕੱਠੀਆਂ ਹੁੰਦੀਆਂ ਜਾਪਦੀਆਂ ਹਨ। ਜਿਵੇਂ ਇੱਥੇ ਅਸੀਂ ਦੋਨੋਂ ਤਰ੍ਹਾਂ ਦੇ ਜਿਹੜੇ ਦਰਪਣ ਹੈ ਉਹ ਲਏ ਨੇ। ਇਹ ਇੱਕ ਅਵਤਲ ਦਰਪਣ ਹੈ, ਇਹ ਇੱਕ ਉੱਤਲ ਦਰਪਣ ਹੈ। ਤਾਂ ਜਦੋਂ ਮੁੱਖ ਧੁਰੇ ਦੇ ਸਮਾਨਾਂਤਰੇ ਕਿਰਨਾਂ ਆਈਆਂ ਤਾਂ ਪਰਾਵਰਤਨ ਤੋਂ ਬਾਅਦ ਇੱਕ ਬਿੰਦੂ ਤੇ ਇਕੱਠੀਆਂ ਹੋ ਰਹੀਆਂ ਨੇ, ਇਸ ਬਿੰਦੂ ਨੂੰ ਮੁੱਖ ਫੋਕਸ ਦਾ ਨਾਮ ਦਿੱਤਾ ਜਾਂਦਾ ਹੈ। ਤੇ ਜੇ ਅਸੀਂ ਅਵਤਲ ਦੀ ਬਜਾਏ ਉੱਤਲ ਦਰਪਣ ਦੀ ਗੱਲ ਕਰੀਏ ਤਾਂ ਜਦੋਂ ਇਸ ਤੇ ਕੋਈ ਪੈਰਲਲ ਜਿਹੜੀਆਂ ਕਿਰਨਾਂ ਪੈਣਗੀਆਂ ਤਾਂ ਇਹ ਖਿੰਡ ਜਾਣਗੀਆਂ। ਪਰ ਜੇ ਅਸੀਂ ਇਹਨਾਂ ਨੂੰ ਅੱਗੇ ਵਧਾ ਦਈਏ ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ
कि इस बिंदु तो निकलदियां जापदियां ने। ਤਾਂ ਭਾਵ ਇੱਥੇ ਜਿਹੜਾ ਮੁੱਖ ਫੋਕਸ ਹੈ ਉਹ ਇਹ ਬਿੰਦੂ ਹੈ, ਇੱਥੇ ਜਿਹੜਾ ਮੁੱਖ ਫੋਕਸ ਹੈ ਉਹ ਇਹ ਬਿੰਦੂ ਹੈ। ਇਹ ਪ੍ਰਕਾਸ਼ ਕਿਰਨਾਂ ਨੂੰ ਇਕੱਠਾ ਕਰ ਸਕਦਾ ਹੈ, ਇਹ ਪ੍ਰਕਾਸ਼ ਕਿਰਨਾਂ ਨੂੰ ਖਿੰਡਾ ਸਕਦਾ ਹੈ। ਅਗਲਾ ਜਿਹੜਾ ਸਾਡੀ ਸ਼ਬਦਾਵਲੀ ਦੇ ਵਿੱਚ ਸ਼ਬਦ ਹੈ ਉਹ ਹੈ ਫੋਕਸ ਦੂਰੀ, ਭਾਵੇਂ ਦੂਰੀ ਹੈ ਕਿਸ ਚੀਜ਼ ਦੀ, ਇਸ ਮੁੱਖ ਫੋਕਸ ਤੋਂ ਲੈ ਕੇ ਪੋਲ ਤੱਕ ਦੀ ਜਿਹੜੀ ਦੂਰੀ ਹੈ ਉਸ ਨੂੰ ਫੋਕਸ ਦੂਰੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਇੱਧਰ ਇਸ ਪੋਲ ਤੋਂ ਲੈ ਕੇ ਮੁੱਖ ਫੋਕਸ ਤੱਕ ਦੀ ਜਿਹੜੀ ਦੂਰੀ ਹੈ ਉਸ ਨੂੰ ਫੋਕਸ ਦੂਰੀ ਕਿਹਾ ਜਾਂਦਾ ਹੈ। ਤਾਂ ਇਹ ਸਾਰੀਆਂ ਗੱਲਾਂ ਤੁਹਾਡੇ ਧਿਆਨ ਦੇ ਵਿੱਚ ਆ ਗਈਆਂ ਹੋਣਗੀਆਂ। ਪਿਆਰੇ ਵਿਦਿਆਰਥੀਓ, ਇਹਨਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣਾ ਹੈ, ਕਿਉਂਕਿ ਬਾਰ-ਬਾਰ ਇਹ ਜਿਹੜੇ ਸ਼ਬਦ ਨੇ ਜੋ ਅਸੀਂ ਇੱਥੇ ਲਿਖੇ ਨੇ, ਚਾਹੇ ਉਹ ਸਮਾਲ ਐਫ ਹੈ, ਚਾਹੇ ਉਹ C ਹੈ, ਚਾਹੇ ਉਹ R ਹੈ, ਇਹਨਾਂ ਦੀ ਵਾਰ-ਵਾਰ ਤੁਹਾਨੂੰ ਅੱਗੇ ਜ਼ਰੂਰਤ ਪਏਗੀ। ਉਸ ਤੋਂ ਬਾਅਦ ਆਉਂਦਾ ਹੈ ਪ੍ਰਤੀਬਿੰਬ। ਹੁਣ ਪ੍ਰਤੀਬਿੰਬ ਕੀ ਹੈ? ਪ੍ਰਕਾਸ਼ ਜਿਹੜਾ ਹੈ ਅਸੀਂ ਜਾਣਦੇ ਹਾਂ ਕਿ ਉਹ ਸਾਨੂੰ ਵਸਤੂਆਂ ਦੇਖਣ ਦੇ ਵਿੱਚ ਸਹਾਇਤਾ ਕਰਦਾ ਹੈ। ਤਾਂ ਜਦੋਂ ਵੀ ਕੋਈ ਵਸਤੂ ਤੋਂ ਪ੍ਰਕਾਸ਼ ਦੀ ਕੋਈ ਕਿਰਨ ਕਿਸੇ ਉਸ ਤੇ ਪੈਂਦੀ ਹੈ, ਪਰਿਵਰਤਿਤ ਹੋਣ ਤੋਂ ਬਾਅਦ ਉਹ ਉਸ ਵਸਤੂ ਦਾ ਇੱਕ ਪ੍ਰਤੀਬਿੰਬ ਬਣਾਉਂਦੀ ਹੈ। ਤਾਂ ਇਹ ਜਿਹੜੇ ਪ੍ਰਤੀਬਿੰਬ ਨੇ ਇਹਨਾਂ ਨੂੰ ਅਸੀਂ ਦੋ ਤਰ੍ਹਾਂ ਨਾਲ ਵੰਡਦੇ ਹਾਂ, ਦੋ ਕਿਸਮਾਂ ਨੇ ਇਸ ਦੀਆਂ। ਪਹਿਲੀ ਜਿਹੜੀ ਕਿਸਮ ਹੈ ਉਹ ਹੁੰਦੀ ਹੈ ਵਾਸਤਵਿਕ ਪ੍ਰਤੀਬਿੰਬ, ਰੀਅਲ ਇਮੇਜ ਅਸੀਂ ਇਹਨੂੰ ਅੰਗਰੇਜ਼ੀ ਦੇ ਵਿੱਚ ਬੋਲਦੇ ਹਾਂ। ਤਾਂ ਵਾਸਤਵਿਕ ਪ੍ਰਤੀਬਿੰਬ ਕਦੋਂ ਬਣਦਾ ਹੈ? ਉਹ ਪ੍ਰਤੀਬਿੰਬ ਜੋ ਪਰਾਵਰਤਨ ਤੋਂ ਬਾਅਦ, ਜਦੋਂ ਪ੍ਰਕਾਸ਼ ਦਾ ਪਰਾਵਰਤਨ ਹੋ ਲਿਆ ਕਿਸੇ ਦਰਪਣ ਤੋਂ, ਤਾਂ ਜਿਹੜੀਆਂ ਪ੍ਰਕਾਸ਼ ਕਿਰਨਾਂ ਨੇ ਉਹ ਅਸਲ ਰੂਪ ਦੇ ਵਿੱਚ ਜੇ ਮਿਲਣ, ਉਸ ਸਮੇਂ ਜਿਹੜਾ ਪ੍ਰਤੀਬਿੰਬ ਬਣਦਾ ਹੈ ਉਸ ਨੂੰ ਵਾਸਤਵਿਕ ਪ੍ਰਤੀਬਿੰਬ ਕਿਹਾ ਜਾਂਦਾ ਹੈ। ਔਰ ਇਸ ਨੂੰ ਪਰਦੇ ਤੇ ਹੀ ਪ੍ਰਾਪਤ ਕੀਤਾ ਜਾਂਦਾ ਹੈ। ਮਤਲਬ ਇਹ ਹਮੇਸ਼ਾ ਸਕਰੀਨ ਤੇ ਬਣਦਾ ਹੈ, ਬਿਨਾਂ ਸਕਰੀਨ ਤੋਂ ਵਾਸਤਵਿਕ ਪ੍ਰਤੀਬਿੰਬ ਨਹੀਂ ਬਣਦਾ। ਦੂਸਰੀ ਜਿਹੜੀ ਕਿਸਮ ਹੈ ਪ੍ਰਤੀਬਿੰਬ ਦੀ ਉਹ ਹੁੰਦੀ ਹੈ ਆਭਾਸੀ ਪ੍ਰਤੀਬਿੰਬ। ਇਹ ਉਹ ਪ੍ਰਤੀਬਿੰਬ ਹੈ ਜੋ ਪ੍ਰਕਾਸ਼ ਕਿਰਨਾਂ ਦੇ ਪਰਾਵਰਤਨ ਤੋਂ ਬਾਅਦ ਅਸਲ ਰੂਪ ਵਿੱਚ ਮਿਲਣ ਨਾਲ ਨਹੀਂ ਬਣਦਾ। ਉਹ ਆਭਾਸੀ ਰੂਪ ਵਿੱਚ ਮਿਲਦੀਆਂ ਨੇ, ਸਾਨੂੰ ਇਹ ਆਭਾਸ ਹੁੰਦਾ ਹੈ ਕਿ ਉਹ ਮਿਲ ਰਹੀਆਂ ਨੇ, ਪਰ ਉਹ ਅਸਲ ਰੂਪ ਵਿੱਚ ਨਹੀਂ ਮਿਲ ਰਹੀਆਂ ਹੁੰਦੀਆਂ। ਇਸ ਨੂੰ ਪਰਦੇ ਤੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਤਾਂ ਆਓ ਅੱਗੇ ਕੁਝ ਪ੍ਰਤੀਬਿੰਬ ਦੇਖਦੇ ਹਾਂ, ਉਹਨਾਂ ਦੇ ਵਿੱਚ ਤੁਹਾਨੂੰ ਇਹ ਸਥਿਤੀ ਕਲੀਅਰ ਹੋ ਜਾਏਗੀ ਕਿ ਵਾਸਤਵਿਕ ਪ੍ਰਤੀਬਿੰਬ ਕਦੋਂ-ਕਦੋਂ ਬਣਦਾ ਹੈ ਤੇ ਆਭਾਸੀ ਪ੍ਰਤੀਬਿੰਬ ਕਦੋਂ ਬਣਦਾ ਹੈ। ਦਰਪਣਾਂ ਦੁਆਰਾ ਬਣਨ ਵਾਲੇ ਪ੍ਰਤੀਬਿੰਬਾਂ ਦੇ ਕਿਰਨ ਰੇਖਾ ਚਿੱਤਰ। ਇਸ ਨੂੰ ਧਿਆਨ ਨਾਲ ਸਮਝਿਓ, ਇਸ ਦੇ ਕੁਝ ਨਿਯਮ ਨੇ। ਅਗਰ ਉਹ ਨਿਯਮ ਤੁਸੀਂ ਸਮਝ ਲੈਂਦੇ ਹੋ ਤਾਂ ਉਹਨਾਂ ਦੇ ਆਧਾਰ ਤੇ ਤੁਸੀਂ ਇਸ ਦੁਆਰਾ ਜਿਹੜੇ ਪ੍ਰਤੀਬਿੰਬ ਦੇ ਰੇਖਾ ਚਿੱਤਰ ਬਣਦੇ ਆ ਉਹਨਾਂ ਨੂੰ ਬੜੇ ਆਸਾਨੀ ਨਾਲ ਬਣਾ ਸਕਦੇ ਹੋ। ਪਿਆਰੇ ਵਿਦਿਆਰਥੀਓ, ਇੱਕ ਗੱਲ ਇੱਥੇ ਧਿਆਨ ਰੱਖਣ ਯੋਗ ਹੈ ਕਿ ਜਿਹੜੇ ਇਹ ਪ੍ਰਤੀਬਿੰਬ ਦੇ ਕਿਰਨ ਰੇਖਾ ਚਿੱਤਰ ਹਨ, ਇਹਨਾਂ ਨਾਲ ਸੰਬੰਧਿਤ ਇੱਕ 3 ਨੰਬਰ ਦਾ ਜਿਹੜਾ ਪ੍ਰਸ਼ਨ ਹੈ ਉਹ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ। ਉਹ ਕਿਸ ਤਰ੍ਹਾਂ ਦਾ ਹੋ ਸਕਦਾ ਹੈ? ਹੋ ਸਕਦਾ ਹੈ ਉਹ ਤੁਹਾਡੇ ਤੋਂ ਕੋਈ ਅਧੂਰਾ ਕਿਰਨ ਰੇਖਾ ਚਿੱਤਰ ਪਾਣ ਤੇ ਤੁਹਾਨੂੰ ਕਹਿਣ ਕਿ ਇਸ ਨੂੰ ਪੂਰਾ ਕਰੋ। ਤੁਹਾਡੇ ਤੋਂ ਇਸ ਵਿੱਚ ਵਰਤਿਆ ਕੋਈ ਦਰਪਣ ਪੁੱਛ ਸਕਦੇ ਨੇ, ਤੁਹਾਡੇ ਤੋਂ ਇਹ ਪੁੱਛ ਸਕਦੇ ਨੇ ਕਿ ਜੋ ਉਸ ਦਰਪਣ ਨੇ ਪ੍ਰਤੀਬਿੰਬ ਬਣਾਇਆ ਹੈ ਉਹ ਕਿਸ ਤਰ੍ਹਾਂ ਦਾ ਹੈ ਜਾਂ ਉਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ। ਅਸੀਂ ਇੱਕ-ਇੱਕ ਕਰਕੇ ਸਾਰੀਆਂ ਦੀ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਨਿਯਮਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਇਹ ਕਿਰਨ ਰੇਖਾ ਚਿੱਤਰ ਬਣਾ ਸਕਦੇ ਹੋ। ਤਾਂ ਇਸ ਦੇ ਲਈ ਅਸੀਂ 4 ਨਿਯਮ ਪੜ੍ਹਾਂਗੇ। ਸਭ ਤੋਂ ਜਿਹੜਾ ਪਹਿਲਾ ਜਿਹੜਾ ਨਿਯਮ ਹੈ ਉਹ ਕੀ ਹੁੰਦਾ ਹੈ ਕਿ ਦਰਪਣ ਦਾ ਜੋ ਮੁੱਖ ਧੁਰਾ ਹੈ, ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹ ਦੋਨੋਂ ਜਿਹੜੇ ਨਿਯਮ ਹੈ ਦੋਨੋਂ ਦਰਪਣਾਂ ਵਾਸਤੇ ਨੇ, ਅਸੀਂ ਨਾਲ-ਨਾਲ ਲੈ ਕੇ ਚੱਲਾਂਗੇ। ਜੇ ਕੋਈ ਪ੍ਰਕਾਸ਼ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਇਸ ਦਰਪਣ ਤੇ ਪੈਂਦੀ ਹੈ ਤਾਂ ਪਰਾਵਰਤਨ ਤੋਂ ਬਾਅਦ ਅਵਤਲ ਦਰਪਣ ਦੇ ਤਾਂ ਮੁੱਖ ਫੋਕਸ ਵਿੱਚੋਂ ਦੀ ਲੰਘੂਗੀ, ਉੱਤਲ ਦਰਪਣ ਦੇ ਮੁੱਖ ਫੋਕਸ ਤੋਂ
अपसरित ਹੁੰਦੀ ਹੈ, ਭਾਵ ਪਰੇ ਚਲੀ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਪ੍ਰਕਾਸ਼ ਕਿਰਨ ਕਿਸ ਤਰ੍ਹਾਂ ਆਉਂਦੀ ਹੈ। ਸਭ ਤੋਂ ਪਹਿਲਾਂ ਅਸੀਂ ਅਵਤਲ ਦਰਪਣ ਦੀ ਗੱਲ ਕਰੀਏ। ਇਹ ਕਿਰਨ ਆਈ ਇਸ ਦੇ ਸਮਾਨਾਂਤਰ, ਇੱਥੋਂ ਜਦੋਂ ਇਸ ਦਾ ਪਰਾਵਰਤਨ ਹੋਇਆ ਤਾਂ ਇਹ ਫੋਕਸ ਵਿੱਚੋਂ ਦੀ ਲੰਘੂਗੀ, ਹਮੇਸ਼ਾ ਇਸ ਤਰ੍ਹਾਂ ਹੀ ਹੋਏਗਾ। ਜਿਹੜੀ ਪ੍ਰਕਾਸ਼ ਕਿਰਨ ਹੈ ਚਾਹੇ ਉਹ ਕਿਤੋਂ ਮਰਜ਼ੀ ਵੀ ਆਵੇ, ਇਸ ਗੱਲ ਨੂੰ ਧਿਆਨ 'ਚ ਰੱਖਣਾ ਹੈ। ਮਤਲਬ ਇਹ ਨਿਯਮ ਅਸੀਂ ਹਰ ਇੱਕ ਕਿਰਨ ਰੇਖਾ ਚਿੱਤਰ ਦੇ ਉੱਤੇ ਲਗਾਉਣਾ ਹੀ ਲਗਾਉਣਾ ਹੈ। ਹੁਣ ਜੇ ਅਸੀਂ ਉੱਤਲ ਦਰਪਣ ਦੀ ਗੱਲ ਕਰੀਏ ਤਾਂ ਉੱਤਲ ਦਰਪਣ 'ਚ ਕੀ ਹੁੰਦਾ ਹੈ, ਪ੍ਰਕਾਸ਼ ਕਿਰਨ ਆਈ ਤੇ ਪਰਾਵਰਤਿਤ ਹੋ ਕੇ ਚਲੀ ਗਈ, ਔਰ ਜਦੋਂ ਅਸੀਂ ਇਸ ਨੂੰ ਪਿੱਛੇ ਨੂੰ ਐਕਸਟੈਂਡ ਕੀਤਾ ਤਾਂ ਅਸੀਂ ਦੇਖਿਆ ਕਿ ਉਹ ਇਸ ਤਰ੍ਹਾਂ ਆਭਾਸ ਹੋ ਰਿਹਾ ਸੀ ਕਿ ਉਹ ਐਫ ਵਿੱਚੋਂ ਨਿਕਲ ਕੇ ਆਈ ਹੈ। ਤਾਂ ਇਹ ਸਾਡਾ ਸੀ ਪਹਿਲਾ ਜਿਹੜਾ ਨਿਯਮ। ਦੂਸਰਾ ਨਿਯਮ ਕੀ ਕਹਿੰਦਾ ਹੈ ਕਿ ਅਵਤਲ ਦਰਪਣ ਦੇ ਅਗਰ ਮੁੱਖ ਫੋਕਸ ਵਿੱਚੋਂ ਦੀ ਕੋਈ ਕਿਰਨ ਲੱਗਦੀ ਹੈ ਔਰ ਉਹ ਉੱਤਲ ਦਰਪਣ ਦੇ ਮੁੱਖ ਫੋਕਸ ਵੱਲ ਜਾਂਦੀ, ਜੇ ਉੱਤਲ ਦੀ ਗੱਲ ਕਰੀਏ ਤਾਂ ਇਹਦੇ ਫੋਕਸ ਵੱਲ ਨੂੰ ਜਾ ਰਹੀ ਹੈ, ਇਹਦੇ ਵਿੱਚੋਂ ਦੀ ਲੰਘ ਰਹੀ ਹੈ, ਤਾਂ ਪਰਿਵਰਤਨ ਤੋਂ ਬਾਅਦ ਉਹ ਮੁੱਖ ਧੁਰੇ ਦੇ ਸਮਾਨਾਂਤਰ ਹੋ ਜਾਵੇਗੀ। ਜਿਵੇਂ ਕਿ ਅਸੀਂ ਪਹਿਲਾ ਨਿਯਮ ਪੜ੍ਹਿਆ ਹੈ, ਇਹ ਉਸ ਦਾ ਆਪੋਜ਼ਿਟ ਹੈ। ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਪਹਿਲਾਂ ਪ੍ਰਕਾਸ਼ ਕਿਰਨ ਮੁੱਖ ਫੋਕਸ ਵਿੱਚੋਂ ਦੀ ਲੰਘ ਕੇ ਉਸ ਤੋਂ ਬਾਅਦ ਉਹ ਇਸ ਦੇ ਸਮਾਨਾਂਤਰ ਚਲੀ ਜਾਂਦੀ ਹੈ। ਔਰ ਦੂਸਰੀ ਤਰਫ ਜੇ ਅਸੀਂ ਗੱਲ ਕਰੀਏ ਉੱਤਲ ਦਰਪਣ ਦੀ, ਪ੍ਰਕਾਸ਼ ਕਿਰਨ ਇਹਦੇ ਸਾਹਮਣੇ ਆਈ ਔਰ ਇੱਥੋਂ ਇਹਦੇ ਸਮਾਨਾਂਤਰ ਚਲੀ ਗਈ, ਤਾਂ ਇਹ ਇਸ ਦੇ ਬਿਲਕੁਲ ਸਾਹਮਣੇ ਆਉਂਦੀ, ਫੋਕਸ ਦੇ ਬਿਲਕੁਲ ਸਾਹਮਣੇ ਆ ਰਹੀ ਹੈ। ਇਹ ਦੂਸਰਾ ਨਿਯਮ ਹੈ, ਇਸ ਨੂੰ ਵੀ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ। ਉਸ ਤੋਂ ਬਾਅਦ ਆਉਂਦਾ ਹੈ ਨਿਯਮ ਨੰਬਰ 3। ਤਾਂ ਇਹ ਨਿਯਮ ਕੀ ਕਹਿੰਦਾ ਹੈ ਕਿ ਜਦੋਂ ਵਕਰਤਾ ਕੇਂਦਰ ਵਿੱਚੋਂ ਦੀ ਕੋਈ ਪ੍ਰਕਾਸ਼ ਕਿਰਨ ਆਉਂਦੀ ਹੈ ਤਾਂ ਜਦੋਂ ਉਹ ਪਰਾਵਰਤਿਤ ਹੁੰਦੀ ਹੈ, ਪਰਾਵਰਤਿਤ ਹੋਣ ਤੋਂ ਬਾਅਦ ਪਥ ਉਸੇ ਤੇ ਵਾਪਸ ਹੁੰਦੀ ਹੈ, ਭਾਵ ਜਿਸ ਰਸਤੇ ਆਈ ਹੈ, ਜੇ ਅਵਤਲ ਦਰਪਣ ਦੀ ਮੈਂ ਗੱਲ ਕਰਾਂ, ਜਿਸ ਰਸਤੇ ਆਈ ਹੈ ਉਸੇ ਰਸਤੇ ਵਾਪਸ ਚਲੀ ਜਾਂਦੀ ਹੈ। ਜਿਵੇਂ ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਰਹੇ ਹੋ, ਪਹਿਲਾਂ ਆ ਰਹੀ ਹੈ ਕਿਰਨ, ਪਰਿਵਰਤਿਤ ਹੋਣ ਤੋਂ ਬਾਅਦ ਉਸੇ ਰਸਤੇ ਵਾਪਸ। ਜੇ ਉੱਤਲ ਦਰਪਣ ਦੀ ਗੱਲ ਕਰੀਏ ਤਾਂ ਉੱਤਲ ਦਰਪਣ ਤੇ ਜੇ ਵਕਰਤਾ ਕੇਂਦਰ ਦੇ ਸਾਹਮਣੇ ਤੋਂ ਕੋਈ ਪ੍ਰਕਾਸ਼ ਕਿਰਨ ਆਉਂਦੀ ਹੈ ਤਾਂ ਇਹ ਵੀ ਉਸੇ ਰਸਤੇ ਵਾਪਸ ਜਾਏਗੀ, ਔਰ ਜੇ ਇਸ ਨੂੰ ਐਕਸਟੈਂਡ ਕੀਤਾ ਤਾਂ ਇਹ ਬਿਲਕੁਲ ਵਕਰਤਾ ਕੇਂਦਰ ਦੇ ਸਾਹਮਣੇ ਹੈ। ਨਿਯਮ ਦੋਨਾਂ ਵਾਸਤੇ ਸੇਮ ਨੇ। ਇਹ ਸੀ ਨਿਯਮ ਨੰਬਰ 3। ਉਸ ਤੋਂ ਬਾਅਦ ਆਉਂਦਾ ਨਿਯਮ ਨੰਬਰ 4। ਤਾਂ ਇਹ ਨਿਯਮ ਕੀ ਕਹਿੰਦਾ ਹੈ ਕਿ ਅਵਤਲ ਦਰਪਣ ਵਿੱਚ ਜਾਂ ਉੱਤਲ ਦਰਪਣ ਵਿੱਚ ਜੇ ਮੁੱਖ ਧੁਰਾ ਹੈ, ਜਿਹੜਾ ਸਾਡਾ ਮੁੱਖ ਧੁਰੇ ਦੇ ਬਿਲਕੁਲ ਇਸ ਪੁਆਇੰਟ ਤੇ ਇੱਕ ਬਿੰਦੂ ਹੈ P, ਜਿਸ ਨੂੰ ਅਸੀਂ ਬੋਲਦੇ ਹਾਂ ਪੋਲ ਜਾਂ ਧਰੁਵ, ਤਾਂ ਜੇ ਕੋਈ ਪ੍ਰਕਾਸ਼ ਕਿਰਨ ਧਰੁਵ ਦੇ ਬਿਲਕੁਲ ਤਿਰਛੀ ਪ੍ਰਵੇਸ਼ ਕਰੇ ਤਾਂ ਪਰਿਵਰਤਿਤ ਹੋਣ ਤੋਂ ਬਾਅਦ ਉਹ ਤਿਰਛੀ ਹੀ ਪਰਿਵਰਤਿਤ ਹੋਊਗੀ ਔਰ ਮੁੱਖ ਧੁਰੇ ਨਾਲ ਜਿਹੜਾ ਉਹ ਐਂਗਲ ਬਣਾਏਗੀ, ਕੋਣ ਬਣਾਏਗੀ, ਉਹ ਕੋਣ ਕੀ ਹੋਣਗੇ, ਦੋਨੋਂ ਕੇਸਾਂ ਦੇ ਵਿੱਚ ਬਰਾਬਰ ਹੋਣਗੇ। ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ, ਆਹ ਜਿਹੜਾ ਕੋਣ ਹੈ ਇਹ ਆ ਰਹੀ ਕਿਰਨ ਸੀ, ਇਸ ਨੂੰ ਆਪਤਨ ਕੋਣ ਕਿਹਾ ਜਾਂਦਾ ਹੈ। ਇਹ ਜਾ ਰਹੀ ਕਿਰਨ ਹੈ, ਇਸ ਨੂੰ ਪਰਾਵਰਤਨ ਕੋਣ ਕਿਹਾ ਜਾਂਦਾ ਹੈ। ਅਸੀਂ ਪ੍ਰਕਾਸ਼ ਪਰਾਵਰਤਨ ਦੇ ਨਿਯਮ ਪੜ੍ਹੇ ਹੋਏ ਨੇ ਕਿ ਹਮੇਸ਼ਾ ਹੀ ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਇਸੇ ਤਰ੍ਹਾਂ ਉੱਤਲ ਦਰਪਣ ਦੇ ਵਿੱਚ ਹੁੰਦਾ ਹੈ, ਪ੍ਰਕਾਸ਼ ਕਿਰਨ ਆਉਂਦੀ ਹੈ, ਤਿਰਛੀ ਹੀ ਚਲੀ ਜਾਂਦੀ ਹੈ, ਕੋਣ ਦੋਨੇ ਬਰਾਬਰ ਬਣਾਉਂਦੀ ਹੈ। ਇਹ 4 ਨਿਯਮ ਨੇ ਪਿਆਰੇ ਵਿਦਿਆਰਥੀਓ। ਕੋਈ ਵੀ ਕਿਰਨ ਰੇਖਾ ਚਿੱਤਰ ਬਣਾਉਣ ਦੇ ਲਈ ਚਾਰੇ ਨਿਯਮ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਘੱਟੋ ਘੱਟ ਕੋਈ 2 ਨਿਯਮ ਲਗਾ ਕੇ ਵੀ ਰੇਖਾ ਚਿੱਤਰ ਬਣਾ ਸਕਦੇ ਹਾਂ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜਦੋਂ ਤੁਸੀਂ ਰੇਖਾ ਚਿੱਤਰ ਬਣਾ ਰਹੇ ਹੋ ਪੈਨਸਿਲ ਅਤੇ ਸਕੇਲ ਦਾ ਉਪਯੋਗ ਕਰੋ, ਕਿਉਂਕਿ ਜਿਹੜੀਆਂ ਸਿੱਧੀਆਂ ਲਾਈਨਾਂ ਨੇ ਉਹ ਸਿੱਧੀਆਂ ਲਾਈਨਾਂ ਹੀ ਇੱਕ ਵਧੀਆ ਜਿਹੜਾ ਕਿਰਨ ਰੇਖਾ ਚਿੱਤਰ ਬਣਾ ਸਕਦੀਆਂ ਨੇ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਫਿਲਹਾਲ ਸਿਰਫ ਅਵਤਲ ਦਰਪਣ ਦੇ ਜਿਹੜੇ ਕਿਰਨ ਰੇਖਾ ਚਿੱਤਰ ਨੇ ਉਹ ਡਿਸਕਸ ਕਰਾਂਗੇ। ਅਗਲਾ ਜਿਹੜਾ ਇਸ ਦਾ ਭਾਗ ਹੈ ਉਸ ਦੇ ਵਿੱਚ ਅਸੀਂ ਉੱਤਲ ਦਰਪਣ ਦੇ ਨਾਲ ਸੰਬੰਧਿਤ ਜਿਹੜੇ ਕਿਰਨ ਰੇਖਾ ਚਿੱਤਰ ਹੈ ਉਹ ਡਿਸਕਸ ਕਰਾਂਗੇ। ਤਾਂ ਇੱਕ ਇੱਕ ਕਰਕੇ ਅਸੀਂ ਸਭ ਤੋਂ ਪਹਿਲਾ ਜਿਹੜਾ ਰੇਖਾ ਚਿੱਤਰ ਹੈ ਅਵਤਲ ਦਰਪਣ ਦਾ, ਕਿ ਜਦੋਂ ਵਸਤੂ ਅਨੰਤ ਤੇ ਹੈ, ਅਨੰਤ ਦਾ ਭਾਵ ਹੁੰਦਾ ਬਹੁਤ ਦੂਰ ਹੈ,
ਤਾਂ ਬਹੁਤ ਦੂਰ ਤੋਂ ਜੋ ਪ੍ਰਕਾਸ਼ ਕਿਰਨਾਂ ਆਉਂਦੀਆਂ ਨੇ ਉਹ ਲਗਭਗ ਮੁੱਖ ਧੁਰੇ ਦੇ ਸਮਾਨਾਂਤਰ ਹੋ ਜਾਂਦੀਆਂ ਨੇ। ਹੁਣ ਜਿਵੇਂ ਕਿ ਅਸੀਂ ਪਹਿਲਾ ਨਿਯਮ ਪੜ੍ਹਿਆ ਸੀ ਕਿ ਜੋ ਪ੍ਰਕਾਸ਼ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਆਉਂਦੀ ਹੈ ਤਾਂ ਉਹ ਡੈਫੀਨੇਟਲੀ ਹੈ ਕਿ ਉਹ ਫੋਕਸ ਵਿੱਚੋਂ ਦੀ ਲੰਘੇਗੀ। ਜਿਵੇਂ ਤੁਸੀਂ ਦੇਖੋ ਪ੍ਰਕਾਸ਼ ਕਿਰਨਾਂ ਆਉਣਗੀਆਂ, ਪਰਿਵਰਤਿਤ ਹੋਣ ਤੋਂ ਬਾਅਦ ਉਹ ਮੁੱਖ ਫੋਕਸ ਵਿੱਚੋਂ ਦੀ ਲੰਘਣਗੀਆਂ। ਤਾਂ ਜਿਸ ਬਿੰਦੂ ਤੇ ਇਹ ਅਸਲ ਰੂਪ ਵਿੱਚ ਮਿਲਦੀਆਂ ਨੇ, ਅਸੀਂ ਪਿੱਛੇ ਜੇ ਪ੍ਰਤੀਬਿੰਬ ਦੀਆਂ ਕਿਸਮਾਂ ਪੜ੍ਹੀਆਂ ਸੀ ਕਿ ਜੇ ਅਸਲ ਰੂਪ ਵਿੱਚ ਮਿਲਣ, ਇੱਥੇ ਅਸਲ ਰੂਪ 'ਚ ਮਿਲ ਰਹੀਆਂ ਨੇ, ਇਹਦਾ ਮਤਲਬ ਇੱਥੇ ਜੋ ਪ੍ਰਤੀਬਿੰਬ ਬਣਿਆ ਹੈ ਉਹ ਵਾਸਤਵਿਕ ਹੈ। ਜੇ ਤੁਹਾਡੇ ਤੋਂ ਪ੍ਰਤੀਬਿੰਬ ਦੀਆਂ ਵਿਸ਼ੇਸ਼ਤਾਵਾਂ ਪੁੱਛੀਆਂ ਹੋਣ ਤਾਂ ਸਭ ਤੋਂ ਪਹਿਲੀ ਜਿਹੜੀ ਵਿਸ਼ੇਸ਼ਤਾ, ਇੱਕ ਤਾਂ ਇਹ ਬਹੁਤ ਛੋਟਾ ਜਿਹੜਾ ਪ੍ਰਤੀਬਿੰਬ ਬਣਦਾ ਬਿੰਦੂ ਸਾਈਜ਼ ਦਾ। ਦੂਸਰਾ ਹੈ ਕਿ ਇਹ ਮੁੱਖ ਫੋਕਸ ਤੇ ਬਣੂਗਾ, ਕਿਉਂਕਿ ਅਸੀਂ ਪਿੱਛੇ ਜੇ ਪੜ੍ਹਿਆ ਕਿ ਜਿਹੜਾ ਦਰਪਣ ਹੈ ਉਹ ਪ੍ਰਕਾਸ਼ ਕਿਰਨਾਂ ਨੂੰ ਮੁੱਖ ਫੋਕਸ ਤੇ ਇਕੱਠਾ ਕਰਦਾ ਹੈ। ਔਰ ਤੀਸਰਾ ਕੀ ਹੋ ਗਿਆ, ਇਹ ਪ੍ਰਤੀਬਿੰਬ ਵਾਸਤਵਿਕ ਹੈ। ਤਾਂ ਬੜਾ ਇੱਕ ਸਿੰਪਲ ਜਿਹਾ ਜਿਹੜਾ ਡਾਇਗਰਾਮ ਹੈ, ਕਿਰਨ ਰੇਖਾ ਚਿੱਤਰ ਹੈ। ਤੁਸੀਂ ਮੁੱਖ ਧੁਰੇ ਦੇ ਸਮਾਨਾਂਤਰ ਪ੍ਰਕਾਸ਼ ਕਿਰਨਾਂ ਲਗਾਉਣੀਆਂ ਨੇ, ਪਰਿਵਰਤਿਤ ਹੋਣ ਤੋਂ ਬਾਅਦ ਉਹਨਾਂ ਨੂੰ ਮੁੱਖ ਫੋਕਸ ਦੇ ਉੱਤੇ ਇਕੱਠਾ ਕਰਨਾ ਹੈ। ਤਾਂ ਇਹ ਇੱਕ ਕਿਰਨ ਰੇਖਾ ਚਿੱਤਰ ਬਣ ਗਿਆ। ਇਸ ਤੋਂ ਬਾਅਦ ਜਦੋਂ ਵਸਤੂ C ਤੋਂ ਪਰੇ ਹੈ, ਹੁਣ ਜਿਹੜਾ C ਵਕਰਤਾ ਕੇਂਦਰ ਸੀ, F ਹੈ ਜਿਹੜਾ ਮੁੱਖ ਫੋਕਸ ਹੈ, C ਅਤੇ ਜਿਹੜਾ P ਹੈ, F ਬਿਲਕੁਲ ਉਹਦੇ ਸੈਂਟਰ ਦੇ ਵਿੱਚ ਹੁੰਦਾ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਅਸੀਂ C ਤੋਂ ਪਰੇ ਰੱਖਿਆ ਹੈ ਕਿਸੇ ਵਸਤੂ ਨੂੰ। ਤਾਂ ਸਭ ਤੋਂ ਪਹਿਲਾ ਜਿਹੜਾ ਨਿਯਮ ਸੀ, ਪ੍ਰਕਾਸ਼ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਜਾਂਦੀ ਹੈ ਤਾਂ ਪਰਿਵਰਤਿਤ ਹੋਣ ਤੋਂ ਬਾਅਦ ਮੁੱਖ ਫੋਕਸ ਦੇ ਵਿੱਚੋਂ ਦੀ ਲੰਘਦੀ ਹੈ। ਪਹਿਲਾ ਜਿਹੜਾ ਨਿਯਮ ਹੈ ਉਹ ਅਸੀਂ ਲਗਾਤਾ। ਦੂਸਰਾ ਨਿਯਮ ਕੀ ਸੀ ਕਿ ਜੇ ਪ੍ਰਕਾਸ਼ ਕਿਰਨ ਮੁੱਖ ਫੋਕਸ ਵਿੱਚੋਂ ਦੀ ਆਵੇ ਤਾਂ ਉਹ ਮੁੱਖ ਧੁਰੇ ਦੇ ਸਮਾਨਾਂਤਰ ਜਾਊਗੀ। ਤਾਂ ਘੱਟੋ ਘੱਟ ਕੋਈ 2 ਨਿਯਮ ਅਸੀਂ ਲਗਾ ਸਕਦੇ ਹਾਂ। ਅਸੀਂ ਦੂਸਰਾ ਨਿਯਮ ਇਸ ਤੇ ਲਗਾਇਆ ਕਿ ਜੇ ਕੋਈ ਪ੍ਰਕਾਸ਼ ਕਿਰਨ ਵਕਰਤਾ ਕੇਂਦਰ ਵਿੱਚੋਂ ਦੀ ਲੰਘੇ ਤਾਂ ਉਹ ਉਸੇ ਰਸਤੇ ਵਾਪਸ ਚਲੀ ਜਾਂਦੀ ਹੈ ਜਿਸ ਰਸਤੇ ਆਈ ਹੈ। ਤਾਂ ਹੁਣ ਇਹ ਪ੍ਰਕਾਸ਼ ਕਿਰਨਾਂ ਪਰਿਵਰਤਿਤ ਹੋਣ ਤੋਂ ਬਾਅਦ ਜਿਸ ਬਿੰਦੂ ਤੇ ਮਿਲ ਰਹੀਆਂ ਨੇ ਉੱਥੇ ਕੀ ਬਣ ਰਿਹਾ ਹੈ, ਪ੍ਰਤੀਬਿੰਬ ਬਣਦਾ ਹੈ। ਤਾਂ ਬੜਾ ਸਿੰਪਲ ਜਾਂ ਈਜ਼ੀ ਜਿਹੜਾ ਕਿਰਨ ਰੇਖਾ ਚਿੱਤਰ ਹੈ ਜਿਹੜਾ ਤੁਸੀਂ ਬਣਾ ਸਕਦੇ ਹੋ, ਔਰ ਬਿਲਕੁਲ ਇਹਦੇ ਸਾਹਮਣੇ ਹੀ ਦੇਖ ਕੇ ਤੁਸੀਂ ਇਸ ਪ੍ਰਤੀਬਿੰਬ ਦੀਆਂ ਵਿਸ਼ੇਸ਼ਤਾਵਾਂ ਦੱਸ ਸਕਦੇ ਹੋ। ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਇਹ ਅਸਲ ਰੂਪ ਵਿੱਚ ਮਿਲੀਆਂ ਨੇ ਪ੍ਰਕਾਸ਼ ਕਿਰਨਾਂ, ਇਹਦਾ ਮਤਲਬ ਪ੍ਰਤੀਬਿੰਬ ਵਾਸਤਵਿਕ ਬਣਿਆ ਹੈ। ਔਰ ਦੂਸਰੀ ਵਿਸ਼ੇਸ਼ਤਾ ਕੀ ਹੈ, ਇਹ ਉਲਟਾ ਹੈ। ਤੁਸੀਂ ਦੇਖ ਸਕਦੇ ਹੋ ਉਹਦਾ ਤੀਰ ਦਾ ਨਿਸ਼ਾਨ ਉੱਪਰ ਸੀ, ਇਸ ਦਾ ਤੀਰ ਦਾ ਨਿਸ਼ਾਨ ਥੱਲੇ ਹੈ। ਭਾਵ ਵਸਤੂ ਦਾ ਜਿਹੜਾ ਇਹ ਪ੍ਰਤੀਬਿੰਬ ਹੈ ਇਹ ਉਲਟਾ ਪ੍ਰਤੀਬਿੰਬ ਬਣਦਾ ਹੈ। ਤੀਸਰਾ ਹੈ ਕਿ ਪ੍ਰਤੀਬਿੰਬ ਛੋਟਾ ਬਣ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਤੀਰ ਦਾ ਨਿਸ਼ਾਨ ਬਹੁਤ ਵੱਡਾ ਸੀ, ਵਸਤੂ ਜੋ ਅਸੀਂ ਲਈ ਸੀ, ਇੱਥੇ ਵਸਤੂ ਛੋਟੀ ਹੈ। ਔਰ ਚੌਥਾ ਕੀ ਹੈ, C ਅਤੇ F ਦੇ ਵਿਚਕਾਰ ਬਣਿਆ ਹੈ। ਮਤਲਬ ਜਦੋਂ ਵੀ ਕਿਤੇ ਵਸਤੂ C ਤੋਂ ਪਰੇ ਹੋਵੇ, ਕਿਤੇ ਵੀ ਹੋ ਸਕਦੀ ਹੈ, ਤਾਂ ਹਮੇਸ਼ਾ ਹੀ ਜਿਹੜਾ ਪ੍ਰਤੀਬਿੰਬ ਹੈ ਉਹ C ਅਤੇ F ਦੇ ਵਿਚਕਾਰ ਬਣਦਾ ਹੈ, ਛੋਟਾ ਬਣਦਾ ਹੈ, ਉਲਟਾ ਬਣਦਾ ਹੈ ਤੇ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ। ਅਗਲਾ ਹੈ, ਹੁਣ ਵਸਤੂ ਨੂੰ ਅਸੀਂ ਥੋੜਾ ਹੋਰ ਨੇੜੇ ਲੈ ਆਉਂਦੇ ਹਾਂ। ਵਸਤੂ ਨੂੰ ਅਸੀਂ C ਦੇ ਉੱਤੇ ਰੱਖਿਆ ਹੈ, C ਭਾਵ ਵਕਰਤਾ ਕੇਂਦਰ। ਤਾਂ ਉਸੇ ਤਰ੍ਹਾਂ ਅਸੀਂ 2 ਨਿਯਮ ਇਸ ਤੇ ਵੀ ਲਗਾਵਾਂਗੇ। ਪਹਿਲਾ ਨਿਯਮ, ਮੁੱਖ ਧੁਰੇ ਦੇ ਸਮਾਨਾਂਤਰ ਕੋਈ ਪ੍ਰਕਾਸ਼ ਕਿਰਨ ਪਰਿਵਰਤਿਤ ਹੋਣ ਤੋਂ ਬਾਅਦ ਮੁੱਖ ਫੋਕਸ ਵਿੱਚੋਂ ਦੀ ਲੰਘਦੀ ਹੈ। ਦੂਸਰਾ ਨਿਯਮ, ਜੇ ਮੁੱਖ ਫੋਕਸ ਵਿੱਚੋਂ ਦੀ ਕੋਈ ਲੰਘੇ, ਪਰਿਵਰਤਿਤ ਹੋਣ ਤੋਂ ਬਾਅਦ ਮੁੱਖ ਧੁਰੇ ਦੇ ਸਮਾਨਾਂਤਰ ਜਾਂਦੀ ਹੈ। ਔਰ ਪ੍ਰਤੀਬਿੰਬ ਉੱਥੇ ਬਣੇਗਾ ਜਿੱਥੇ ਦੋਨੋਂ ਪ੍ਰਕਾਸ਼ ਕਿਰਨਾਂ ਆਪਸ ਦੇ ਵਿੱਚ ਮਿਲ ਰਹੀਆਂ ਨੇ। ਵਿਸ਼ੇਸ਼ਤਾਵਾਂ ਸਾਹਮਣੇ ਤੁਸੀਂ ਦੇਖ ਰਹੇ ਹੋ। ਪਹਿਲਾ ਕੀ ਹੈ, ਪ੍ਰਤੀਬਿੰਬ ਵਾਸਤਵਿਕ ਬਣ ਰਿਹਾ ਹੈ ਕਿਉਂਕਿ ਪ੍ਰਕਾਸ਼ ਕਿਰਨਾਂ ਅਸਲ ਰੂਪ ਵਿੱਚ ਮਿਲ ਰਹੀਆਂ ਹਨ। ਦੂਸਰਾ ਹੈ, ਪ੍ਰਤੀਬਿੰਬ ਉਲਟਾ ਹੈ। ਤੀਸਰਾ ਹੈ ਕਿ ਦੋਨਾਂ ਦਾ ਆਕਾਰ ਤੁਸੀਂ ਦੇਖ ਸਕਦੇ ਹੋ, ਬਰਾਬਰ ਆਕਾਰ ਦਾ ਪ੍ਰਤੀਬਿੰਬ ਬਣ ਰਿਹਾ ਹੈ। ਔਰ ਚੌਥਾ ਜਿਹੜੀ ਵਿਸ਼ੇਸ਼ਤਾ ਹੈ, ਬਣ ਕਿੱਥੇ ਰਿਹਾ ਹੈ, ਵਕਰਤਾ ਕੇਂਦਰ ਦੇ ਉੱਤੇ। ਤਾਂ ਅਗਲਾ ਜਿਹੜਾ ਪ੍ਰਕਾਸ਼ ਜਿਹੜੀ ਰੇ ਡਾਇਗਰਾਮ ਹੈ, ਕਿਰਨ ਰੇਖਾ ਚਿੱਤਰ ਹੈ, ਹੁਣ ਥੋੜਾ ਹੋਰ ਵਸਤੂ ਨੂੰ ਨੇੜੇ ਲੈ ਆਂਦਾ, C ਅਤੇ F ਦੇ ਵਿਚਕਾਰ। ਹੁਣ ਜਦੋਂ ਵਸਤੂ C ਅਤੇ F ਦੇ ਵਿਚਕਾਰ ਹੈ, ਇੱਥੇ ਕਿਤੇ ਅਸੀਂ ਵਸਤੂ ਰੱਖੀ ਹੈ, ਤਾਂ ਸਭ ਤੋਂ ਪਹਿਲਾ ਨਿਯਮ, ਪ੍ਰਕਾਸ਼ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਪਰਿਵਰਤਿਤ ਹੋਣ ਤੋਂ ਬਾਅਦ ਫੋਕਸ ਵਿੱਚੋਂ ਦੀ ਲੰਘਦੀ ਹੈ। ਦੂਸਰਾ ਕਿ ਜੇ ਕੋਈ ਵਕਰਤਾ ਕੇਂਦਰ ਵਿੱਚੋਂ ਦੀ ਜਾ ਰਹੀ ਹੈ ਤਾਂ ਉਹ ਵਾਪਸ ਉਸੇ ਰਸਤੇ ਆਉਂਦੀ ਹੈ ਜਿੱਥੇ ਦੋਨੋਂ ਮਿਲ ਰਹੀਆਂ ਨੇ, ਅਸਲ ਰੂਪ 'ਚ ਮਿਲ ਰਹੀਆਂ ਨੇ, ਉੱਥੇ ਵਸਤੂ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਬਣਦਾ ਹੈ। ਤਾਂ ਵਿਸ਼ੇਸ਼ਤਾਵਾਂ ਕੀ ਨੇ, ਹੁਣ ਤੱਕ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ। ਸਭ ਤੋਂ ਪਹਿਲੀ ਵਿਸ਼ੇਸ਼ਤਾ ਕੀ ਹੈ ਪਿਆਰੇ ਵਿਦਿਆਰਥੀਓ, ਪ੍ਰਤੀਬਿੰਬ
ਵਾਸਤਵਿਕ ਹੈ ਕਿਉਂਕਿ ਇਹ ਪ੍ਰਕਾਸ਼ ਕਿਰਨਾਂ ਅਸਲ ਰੂਪ ਵਿੱਚ ਮਿਲ ਰਹੀਆਂ ਨੇ। ਦੂਸਰਾ ਕੀ ਹੈ, ਉਲਟਾ ਹੈ ਕਿਉਂਕਿ ਤੀਰ ਦਾ ਨਿਸ਼ਾਨ ਇੱਧਰ ਉੱਤੇ ਹੈ ਉੱਧਰ ਥੱਲੇ ਹੈ। ਔਰ ਵੱਡਾ ਹੈ, ਤੁਸੀਂ ਦੇਖ ਸਕਦੇ ਹੋ ਵਸਤੂ ਛੋਟੀ ਸੀ, ਪ੍ਰਤੀਬਿੰਬ ਵੱਡਾ ਬਣ ਰਿਹਾ ਹੈ। ਔਰ ਚੌਥਾ ਕੀ ਹੈ, C ਤੋਂ ਪਰੇ ਬਣਿਆ ਹੈ। ਜੇ ਵਸਤੂ C ਤੋਂ ਪਰੇ ਹੈ ਤਾਂ ਪ੍ਰਤੀਬਿੰਬ C ਤੇ F ਦੇ ਵਿਚਕਾਰ, ਜੇ ਵਸਤੂ C ਤੇ F ਦੇ ਵਿਚਕਾਰ ਹੈ ਤਾਂ ਪ੍ਰਤੀਬਿੰਬ C ਤੋਂ ਪਰੇ। ਯਾਦ ਰੱਖਣ ਦਾ ਆਸਾਨ ਜਿਹਾ ਤਰੀਕਾ ਹੈ। ਅਗਲਾ ਹੈ, ਜੇ ਵਸਤੂ ਨੂੰ ਹੁਣ ਅਸੀਂ F ਦੇ ਉੱਤੇ ਰੱਖ ਦਈਏ ਤਾਂ F ਤੇ ਕੋਈ ਵਸਤੂ ਰੱਖੀ, ਪਹਿਲਾ ਨਿਯਮ ਲਗਾਇਆ, ਪ੍ਰਕਾਸ਼ ਕਿਰਨ ਗਈ, ਪਰਾਵਰਤਿਤ ਹੋਈ, ਫੋਕਸ ਵਿੱਚੋਂ ਦੀ ਲੰਘ ਗਈ। ਇਸੇ ਤਰ੍ਹਾਂ ਦੂਸਰਾ ਨਿਯਮ ਲਗਾਇਆ, ਵਸਤੂ ਤੋਂ ਪ੍ਰਕਾਸ਼ ਕਿਰਨ ਜਦੋਂ ਕੇਂਦਰ ਦੇ ਵਿੱਚੋਂ ਲੰਘਦੀ ਹੈ, ਵਕਰਤਾ ਕੇਂਦਰ ਵਿੱਚੋਂ ਦੀ, ਤਾਂ ਉਸੇ ਰਸਤੇ ਵਾਪਸ ਚਲੀ ਜਾਂਦੀ ਹੈ। ਤਾਂ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਦੋਨੋਂ ਜਿਹੜੀਆਂ ਪ੍ਰਕਾਸ਼ ਕਿਰਨਾਂ ਨੇ ਇਹ ਬਿਲਕੁਲ ਸਮਾਨਾਂਤਰ ਨੇ ਔਰ ਸਮਾਨਾਂਤਰ ਕਿਸੇ ਪਾਸੇ ਮਿਲਦੀਆਂ ਨਹੀਂ ਹੁੰਦੀਆਂ। ਤਾਂ ਇੱਥੇ ਅਸੀਂ ਕੀ ਕਹਿ ਸਕਦੇ ਹਾਂ, ਕਿਉਂਕਿ ਇਹ ਪ੍ਰਕਾਸ਼ ਕਿਰਨਾਂ ਤਾਂ ਕਿਤੇ ਵੀ ਨਹੀਂ ਮਿਲ ਸਕਦੀਆਂ, ਤਾਂ ਅਸੀਂ ਕਹਾਂਗੇ ਪ੍ਰਤੀਬਿੰਬ ਵਾਸਤਵਿਕ ਜ਼ਰੂਰ ਹੈ ਕਿਉਂਕਿ ਇਹ ਅਨੰਤ ਸ਼ਬਦ ਅਸੀਂ ਇੱਥੇ ਵਰਤਾਂਗੇ ਕਿ ਅਨੰਤ ਤੇ ਮਿਲਣਗੀਆਂ। ਉਲਟਾ ਬਣੂਗਾ ਪ੍ਰਤੀਬਿੰਬ, ਬਹੁਤ ਵੱਡਾ ਬਣੂਗਾ ਤੇ ਅਨੰਤ ਤੇ ਬਣੇਗਾ। ਤਾਂ ਹੁਣ ਜਦੋਂ ਵਸਤੂ ਅਨੰਤ ਤੇ ਹੁੰਦੀ ਹੈ ਤਾਂ ਪ੍ਰਤੀਬਿੰਬ ਫੋਕਸ ਤੇ ਬਣਦਾ ਹੁੰਦਾ ਹੈ, ਪਰ ਜੇ ਵਸਤੂ ਫੋਕਸ ਦੇ ਉੱਤੇ ਹੈ ਤਾਂ ਪ੍ਰਤੀਬਿੰਬ ਅਨੰਤ ਦੇ ਉੱਤੇ ਬਣਦਾ ਹੈ। ਤਾਂ ਇਹ ਇੱਕ ਕਿਰਨ ਰੇਖਾ ਚਿੱਤਰ ਸੀ। ਔਰ ਲਾਸਟ ਇਸ ਦਾ ਰੇਖਾ ਚਿੱਤਰ ਹੈ ਕਿ ਜੇ ਵਸਤੂ ਨੂੰ ਅਸੀਂ C ਅਤੇ P ਦੇ ਵਿਚਕਾਰ ਰੱਖੀਏ, ਇੱਥੇ ਅਸੀਂ ਬਾਈ ਮਿਸਟੇਕ ਇਸ ਨੂੰ F ਲਿਖਤਾ। ਜੇ ਮੰਨ ਲਓ ਅਸੀਂ ਵਸਤੂ ਨੂੰ F ਅਤੇ P ਦੇ ਵਿਚਕਾਰ ਰੱਖ ਦਈਏ, ਇੱਕ F ਔਰ ਇੱਕ P, F ਜਿਹੜਾ ਇਹਦਾ ਫੋਕਸ ਹੈ ਔਰ P ਇਸ ਦਾ ਪੋਲ, ਧਰੁਵ। ਹੁਣ ਜੇ ਇਹਨਾਂ ਦੋਨਾਂ ਦੇ ਵਿਚਕਾਰ ਅਸੀਂ ਕਿੱਥੇ ਰੱਖੀਏ ਤਾਂ ਸਭ ਤੋਂ ਪਹਿਲਾ ਜਿਹੜਾ ਨਿਯਮ ਹੈ ਜਦੋਂ ਅਸੀਂ ਲਗਾਇਆ ਤਾਂ ਪ੍ਰਕਾਸ਼ ਕਿਰਨ F ਵਿੱਚੋਂ ਦੀ ਗਈ, ਔਰ ਦੂਸਰਾ ਨਿਯਮ ਜਦੋਂ ਅਸੀਂ ਲਗਾਵਾਂਗੇ, ਠੀਕ ਹੈ, ਪਰ ਪਹਿਲਾਂ ਇੱਕ ਗੱਲ ਹੋਰ ਧਿਆਨ 'ਚ ਰੱਖਣੀ ਹੈ, ਇਸ ਨੂੰ ਅਸੀਂ ਐਕਸਟੈਂਡ ਕਰ ਲਿਆ ਪਿੱਛੇ ਨੂੰ। ਦੂਸਰਾ ਨਿਯਮ ਲਗਾਇਆ, ਪ੍ਰਕਾਸ਼ ਕਿਰਨ C ਦੇ ਵਿੱਚੋਂ ਦੀ ਲੰਘਦੀ ਹੈ, ਹੁਣ ਇਸ ਤਰਫ ਕਿਤੇ ਨਹੀਂ ਮਿਲ ਸਕਦੀਆਂ ਇਹ ਕਿਉਂਕਿ ਦੋਨੋਂ ਪ੍ਰਕਾਸ਼ ਕਿਰਨਾਂ ਇੱਕ ਦੂਸਰੇ ਤੋਂ ਦੂਰੀ ਵੱਲ ਜਾ ਰਹੀਆਂ ਨੇ, ਪਰ ਕਿਸ ਤਰਫ ਮਿਲ ਸਕਦੀਆਂ ਨੇ, ਇੱਧਰ ਮਿਲ ਸਕਦੀਆਂ ਨੇ। ਅਸੀਂ ਪਿੱਛੇ ਨੂੰ ਵਧਾਇਆ, ਦੇਖਿਆ ਇੱਕ ਪੁਆਇੰਟ ਤੇ ਮਿਲ ਗਈਆਂ, ਅਸੀਂ ਉੱਥੇ ਵਸਤੂ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਬਣ ਗਿਆ। ਹੁਣ ਇਹ ਇੱਕ ਬਾਕੀ ਦੇ ਇਸ ਦੇ 5 ਜਿਹੜੇ ਕਿਰਨ ਰੇਖਾ ਚਿੱਤਰ ਸੀ ਉਹਨਾਂ ਨਾਲੋਂ ਬੜਾ ਨਿਵੇਕਲਾ ਹੈ। ਤੁਸੀਂ ਦੇਖ ਸਕਦੇ ਹੋ ਬਾਕੀ ਸਾਰਿਆਂ ਦੇ ਵਿੱਚ ਜਿਹੜਾ ਪ੍ਰਤੀਬਿੰਬ ਸੀ ਉਹ ਉਲਟਾ ਬਣ ਰਿਹਾ ਸੀ, ਪਰ ਇੱਥੇ ਜਿਹੜਾ ਪ੍ਰਤੀਬਿੰਬ ਬਣ ਰਿਹਾ ਹੈ ਉਹ ਸਿੱਧਾ ਹੈ। ਭਾਵ ਅਵਤਲ ਦਰਪਣ ਦੁਆਰਾ ਸਿਰਫ ਇੱਕ ਹੀ ਕੇਸ ਇਸ ਤਰ੍ਹਾਂ ਦਾ ਹੈ ਜਦੋਂ ਉਹ ਪ੍ਰਤੀਬਿੰਬ ਸਿੱਧਾ ਬਣਾਉਂਦਾ ਹੈ। ਔਰ ਇੱਥੇ ਤੁਸੀਂ ਦੇਖ ਸਕਦੇ ਹੋ ਪਿਆਰੇ ਵਿਦਿਆਰਥੀਓ, ਪ੍ਰਕਾਸ਼ ਕਿਰਨਾਂ ਅਸਲ ਰੂਪ 'ਚ ਨਹੀਂ ਮਿਲੀਆਂ, ਅਸੀਂ ਉਸ ਨੂੰ ਆਭਾਸੀ ਰੂਪ 'ਚ ਮਿਲਾਇਆ ਹੈ। ਤਾਂ ਭਾਵ ਇਹ ਜਿਹੜਾ ਪ੍ਰਤੀਬਿੰਬ ਹੈ ਉਹ ਆਭਾਸੀ ਹੈ, ਸਿੱਧਾ ਹੈ, ਤੁਸੀਂ ਦੇਖ ਸਕਦੇ ਹੋ, ਵੱਡਾ ਵੀ ਹੈ ਔਰ ਦਰਪਣ ਦੇ ਪਿੱਛੇ ਬਣਦਾ ਹੈ। ਔਰ ਇਹੀ ਕਾਰਨ ਹੈ ਕਿ ਅਵਤਲ ਦਰਪਣ ਨੂੰ ਸ਼ੇਵਿੰਗ ਮਿਰਰ ਕਿਹਾ ਜਾਂਦਾ ਹੈ ਕਿਉਂਕਿ ਇਹ ਚਿਹਰੇ ਦੇ ਜਿਹੜੇ ਵਾਲ ਨੇ ਉਹਨਾਂ ਨੂੰ ਵੱਡਾ ਕਰਕੇ ਦਿਖਾ ਸਕਦਾ ਹੈ ਤੇ ਸ਼ੇਵ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ। ਤਾਂ ਉਮੀਦ ਹੈ ਪਿਆਰੇ ਵਿਦਿਆਰਥੀਓ ਇਹ ਸਾਰੀਆਂ ਜਿਹੜੀਆਂ ਕਿਰਨ ਰੇਖਾ ਚਿੱਤਰ ਨੇ ਤੁਹਾਨੂੰ ਸਮਝ ਆ ਗਏ ਹੋਣਗੇ, ਇਹਨਾਂ ਨੂੰ ਕਿਸ ਤਰ੍ਹਾਂ ਡਰਾ ਕਰਨਾ ਹੈ। ਔਰ ਇਸ ਨੂੰ ਆਪਣੀਆਂ ਜਿਹੜੀਆਂ ਕਾਪੀਆਂ ਦੇ ਵਿੱਚ ਇਸ ਨੂੰ ਇੱਕ ਦੋ ਵਾਰ ਤੁਸੀਂ ਪ੍ਰੈਕਟਿਸ ਜ਼ਰੂਰ ਕਰਨੀ ਹੈ ਤਾਂ ਕਿ ਤੁਹਾਨੂੰ ਇਹ ਬਣਾਉਣੇ ਆ ਜਾਣ। ਜੇ ਫਿਰ ਵੀ ਤੁਹਾਡਾ ਕੋਈ ਇਸ ਦੇ ਸੰਬੰਧਿਤ ਕੋਈ ਤੁਹਾਡਾ ਪ੍ਰਸ਼ਨ ਹੈ ਤਾਂ ਤੁਸੀਂ ਸਾਡੇ ਤੋਂ YouTube ਦੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਧੰਨਵਾਦ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ। ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ। ਥੈਂਕ ਯੂ।